ਜੀਤਾ ਸਿਆ 40 ਦਿਨ ਬਾਹਰ ਨਹੀਂ ਨਿਕਲਣਾ ਹੁਣ ਤੂੰ। ਇੱਕ ਕਮਰੇ 'ਚ ਵਾੜਤਾ ਉਹਨੂੰ, ਕਹਿੰਦੇ ਰੋਟੀ ਪਾਣੀ ਬਣਿਆ ਬਣਾਏ ਤੈਨੂੰ ਅੰਦਰ ਹੀ ਮਿਲੂਗਾ। 40 ਦਿਨ 'ਚ ਤਾਂ ਹੁਣ ਤੂੰ 1.25 ਲੱਖ ਪਾਠ ਕਰਨਾ ਰਾਗਮਾਲਾ ਦਾ। 1.25 ਲੱਖ ਪਾਠ ਤੇ ਟਾਈਮ ਬਹੁਤ ਲੱਗ ਜਾਂਦਾ ਰਾਗਮਾਲਾ ਦੇ। ਕਹਿੰਦੇ ਭਾਵੇਂ ਤੈਨੂੰ ਲੱਗਣ 18 ਘੰਟੇ, ਭਾਵੇਂ ਲੱਗਣ 20 ਘੰਟੇ, ਤੂੰ ਹੁਣ ਇੱਕ ਵਾਰੀ 40 ਦਿਨ ਲਾ ਕੇ ਫੇਰ ਹੀ ਬਾਹਰ ਨਿਕਲੀ। 40 ਦਿਨਾਂ ਬਾਅਦ ਜਦੋਂ ਬਾਹਰ ਨਿਕਲਿਆ ਸਟੇਜ ਤੇ, ਉੱਥੇ ਉਹੀ ਸਮਾਗਮ ਉਹਨਾਂ ਦਾ ਫੇਰ ਆ ਗਿਆ। ਜਾ ਕੇ ਟਾਈਮ ਮੰਗਿਆ, ਕਹਿੰਦੇ ਤੈਨੂੰ ਟਾਈਮ ਵੀ ਦੇਣਗੇ। ਹੁਣ ਟਾਈਮ ਮਿਲ ਗਿਆ। ਪੇਟੀ ਕਹਿੰਦੇ ਵਾਜੇ ਨੂੰ, ਕਹਿੰਦੇ ਆ ਪੇਟੀ ਲੈ ਲਓ। ਕਹਿੰਦੇ ਪੇਟੀ ਤਾਂ ਉੱਥੇ ਹੀ ਪਰੇ ਕਿ ਰੱਖ ਦਿਓ ਜਰਾ। ਜਦ ਭਾਈ ਜੀਤਾ ਸਿੰਘ ਨੇ ਬਸੰਤ ਰਾਗ ਦਾ ਆਲਾਪ ਛੇੜਿਆ, ਵਾਜਾ ਆਪੇ ਵੱਜਣ ਲੱਗ ਪਿਆ। ਉਹਨੂੰ ਕੋਈ ਨਹੀਂ ਸੀ ਵਜਾਉਂਦਾ ਵਾਜੇ ਨੂੰ। ਜਦ ਉਹਨਾਂ ਨੇ ਦਿੱਤੇ ਸੀ 2 ਮਿੰਟ, ਪੂਰੇ 4 ਘੰਟੇ ਰਾਗ ਲਾਪਿਆ ਉਹਨੇ। 4 ਘੰਟੇ ਸਾਰੀ ਸਭਾ 'ਚ ਮੌਨ ਛਾ ਗਿਆ। ਲੋਕ ਪੈਰ ਪਕੜਨ ਲੱਗੇ ਉੱਠ ਕੇ। ਮੁਸਲਮਾਨ ਕਹਿੰਦੇ ਨਹੀਂ, ਰਾਗ ਤੁਹਾਨੂੰ ਵੀ ਦਿੱਤਾ ਰੱਬ ਨੇ। ਇਸ ਤਰ੍ਹਾਂ ਸਿੱਖ ਪੰਥ ਦੀ ਜੈ ਜੈਕਾਰ ਉੱਥੇ ਹੋਈ। ਜੀਤਾ ਸਿਆਂ ਤੂੰ ਬਹੁਤ ਵੱਡੀ ਜਿੱਤ ਕਰਕੇ ਆਇਆ, ਅੱਜ ਦੱਸ ਕੀ ਮੰਗਦਾ ਹੈ? ਜੋ ਤੂੰ ਕਹੇਂਗਾ ਤੈਨੂੰ ਉਹੀ ਦੇਵਾਂਗੇ। ਮਹਾਂਪੁਰਸ਼ ਬ੍ਰਹਮ ਗਿਆਨੀ ਸਨ। ਕਹਿਣ ਲੱਗਿਆ ਮਹਾਰਾਜ ਮੇਰੀ ਇੱਕ ਇੱਛਾ ਹੈ। ਕਹਿੰਦੇ ਕੀ? ਕਹਿੰਦੇ ਮੇਰਾ ਜਦ ਵੀ ਸਰੀਰ ਦਾ ਅੰਤ ਹੋਵੇ, ਕੀਰਤਨ ਕਰਦੇ ਦਾ ਅੰਤ ਹੋਵੇ ਮੇਰਾ ਸੰਗਤ ਵਿੱਚ। ਮਹਾਂਪੁਰਸ਼ ਕਹਿੰਦੇ ਇਸ ਤਰ੍ਹਾਂ ਹੀ ਹੋ ਜਾਏਗਾ। ਤਾਂ ਫਿਰ ਭਾਈ ਜੀਤਾ ਸਿੰਘ ਜਿੱਦਣ ਸਰੀਰ ਛੱਡਿਆ ਇਉਂ ਹੀ ਕੀਰਤਨ ਕਰਦੇ ਸੀ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕੋਲ ਬੈਠੇ ਕਰਦੇ ਸੀ ਬੜੇ ਪਿਆਰ ਨਾਲ, ਇਉਂ ਹੱਥ ਉੱਪਰ ਕਰ ਕਰਕੇ ਬੋਲਿਆ ਕਰਦੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਹੱਥ ਕਰਕੇ ਕਹਿੰਦੇ ਪਿਆਰੇ ਜਿਉਂ ਭਾਵੈ ਤਿਉਂ ਰਾਖ ਲੈ। ਬਸ ਇੱਥੇ ਹੀ ਹੱਥ ਰਹਿ ਗਿਆ। ਪਿਆਰੇ ਜੀ ਸਰੀਰ ਛੱਡ ਗਏ ਉੱਥੇ ਹੀ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ। ਮਹਾਰਾਜ ਕਹਿੰਦੇ ਜਿੰਨਾ ਕੁਝ ਸਤਿਗੁਰੂ ਕੋਲੇ ਆ ਨਾ, ਇੰਨਾ ਕੁਝ ਹੋਰ ਕਿਸੇ ਕੋਲ ਨਹੀਂ ਹੈ। ਸਤਿਗੁਰੂ ਦੇ ਭੰਡਾਰੇ ਭਰੇ ਪਏ ਨੇ, ਇੱਥੇ ਕਦੇ ਨਾ ਨਹੀਂ ਹੋ ਸਕਦੀ। ਦੂਜੇ ਥਾਵਾਂ ਤੇ ਤੁਹਾਨੂੰ ਨਾ ਹੋ ਜਾਏਗੀ, ਬ੍ਰਹਮ ਵਿਦਿਆ ਤੋਂ ਨਾ ਹੋ ਜਾਏਗੀ। ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਚੁੱਪ ਕਰਾਤਾ। ਕਹਿੰਦੇ ਹੁਣ ਦੱਸੋ? ਕਹਿੰਦੇ ਹਾਂ ਮਹਾਰਾਜ ਸਾਡੇ ਮਨ ਦੀ ਮੈਲ ਉਤਰ ਗਈ। ਹੁਣ ਸਾਨੂੰ ਪਹਿਲਾਂ ਇਸ ਗੱਲ ਦਾ ਬਿਲਕੁਲ ਕਦੇ ਖਿਆਲ ਤੱਕ ਨਹੀਂ ਆਇਆ ਕਿ ਅਕਾਲ ਪੁਰਖ ਵੱਡੇ ਨੇ ਸਭ ਤੋਂ। ਕਹਿੰਦੇ ਮਹਾਰਾਜ ਹੋਰ ਗੁਣ ਦੱਸੋ, ਹੋਰ ਕਿਰਪਾ ਕਰੋ। ਮਹਾਰਾਜ ਕਹਿੰਦੇ ਜੇ ਹਉ ਜਾਣਾ ਆਖਾਂ ਨਾਹੀ। ਭਾਵੇਂ ਅਨੁਭਵ ਦੁਆਰਾ ਅਸੀਂ ਸਭ ਕੁਝ ਜਾਣਦੇ ਹਾਂ, ਪਰ ਕਹਿ ਨਹੀਂ ਸਕਦੇ। ਕਹਿੰਦੇ ਕਿਉਂ? ਕਹਿਣਾ ਕਥਨ ਨਾ ਜਾਈ। ਕਹਿਣੇ ਇਹ ਕਥਨ ਕਰਨਾ ਬਹੁਤ ਔਖਾ ਹੈ, ਇਹ ਕਹਿਣਾ ਬਹੁਤ ਔਖਾ ਹੈ। ਕਿਉਂ ਜੀ? ਕਹਿੰਦੇ ਉਹ ਬੋਲੀ ਨਹੀਂ ਹੈ ਇੱਥੇ, ਉਹ ਨਹੀਂ ਕਥਨ ਕਰ ਸਕਦੇ। ਇਹ 6 ਪ੍ਰਮਾਣ ਆਉਣਗੇ ਵਿਧੀ ਪੱਖ ਦੇ, 6 ਪ੍ਰਮਾਣ ਆਉਣਗੇ ਨਿਖੇਧ ਪੱਖ ਦੇ, ਤਾਂ ਜਾ ਕੇ ਇਹ 12 ਗੱਲਾਂ ਕਹਿ ਕੇ ਸਿੱਧ ਕਰਨਗੇ ਕਹਿਣਾ ਕਥਨ ਨਾ ਜਾਈ। ਕਥਨ ਨਹੀਂ ਨਾ ਹੋ ਸਕਦਾ ਬ੍ਰਹਮ ਦਾ। ਬ੍ਰਹਮ ਦਾ ਸਾਰਾ ਕਥਨ ਕਰਨਾ ਬਹੁਤ ਔਖਾ ਹੈ। ਗੁਰਾ ਇੱਕ ਦੇਹ 부ਝਾਈ, ਉੱਤੇ ਬਿੰਦੀ ਨਹੀਂ ਲਾਉਣੀ, ਗੁਰਾ ਨਹੀਂ ਕਹਿਣਾ, ਗੁਰਾ ਬਹੁਵਾਚਕ ਹੋ ਜਾਏਗਾ। ਗੁਰਾ ਇੱਕ ਦੇਹ 부ਝਾਈ। ਮੈਨੂੰ ਤਾਂ ਅਕਾਲ ਪੁਰਖ ਨੇ ਇੱਕੋ ਹੀ ਸਮਝਾ ਦਿੱਤੀ ਹੈ ਗੱਲ, ਇੱਕੋ ਹੀ ਜਿਹੜਾ ਮੇਰੇ ਮਨ ਦੇ ਅੰਦਰ ਸੋਝੀ ਦੇ ਦਿੱਤੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਕਿ ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ, ਚਾਹੇ ਉਹ ਈਸ਼ਰ ਹੈ, ਚਾਹੇ ਬ੍ਰਹਮਾ ਵਿਸ਼ਨੂੰ ਮਹੇਸ਼ ਹੈ, ਚਾਹੇ ਉਹ ਤੁਹਾਡੀਆਂ ਦੇਵੀਆਂ ਨੇ, ਚਾਹੇ ਦੇਵਤੇ ਨੇ, ਚਾਹੇ ਮਨੁੱਖ ਨੇ, ਚਾਹੇ ਉਹ ਦੈਂਤ ਨੇ, ਚਾਹੇ 84 ਲੱਖ ਜੂਨ ਹੈ। ਸਾਰਿਆਂ ਦਾ ਦਾਤਾ ਇੱਕ ਵਾਹਿਗੁਰੂ ਹੈ, ਸੋ ਮੈਂ ਵਿਸਰ ਨਾ ਜਾਈ। ਇਸ ਕਰਕੇ ਉਹ ਮੈਨੂੰ ਵਾਹਿਗੁਰੂ ਭੁੱਲ ਨਾ ਜਾਵੇ, ਇਹ ਸਿੱਖਿਆ ਮੈਨੂੰ ਭੁੱਲ ਨਾ ਜਾਵੇ ਕਿ ਸਭਨਾ ਜੀਆਂ ਕਾ ਇੱਕ ਦਾਤਾ। ਇਹ ਸਿੱਖਿਆ ਮੈਨੂੰ ਹਮੇਸ਼ਾ ਯਾਦ ਰਹੇ ਤੇ ਉਹ ਦਾਤਾ ਵੀ ਨਾ ਭੁੱਲੇ ਤੇ ਇਹ ਸਿੱਖਿਆ ਵੀ ਨਾ ਭੁੱਲੇ। ਮਹਾਰਾਜ ਨੇ ਇੱਥੋਂ ਤੱਕ ਉਹਨਾਂ ਦੀ ਤਸੱਲੀ ਕਰਾਈ ਹੈ ਸਿੱਧਾਂ ਦੀ। ਇਹਦੇ ਨਾਲ ਹੀ ਕੱਲ ਨੂੰ ਅੱਗੇ ਸ਼ਰਵਣ ਕਰਾਂਗੇ। ਇਸੇ ਪੌੜੀ ਦੇ ਵਿੱਚ ਦੂਸਰਾ ਭਾਵ ਸਿੱਖ ਪ੍ਰਤੀ ਉਪਦੇਸ਼ ਕਰਨਗੇ ਮਹਾਰਾਜ, ਤੇ ਨਾਲੇ ਇਹ ਵੀ ਜਿਹੜੀਆਂ ਮੰਨਣ ਦਾ ਕੀ ਭਾਵ ਹੈ ਤੇ ਸ਼ਰਵਣ ਦਾ ਕੀ ਭਾਵ ਹੈ,
तो ये जिहड़ा कहना कथन ना जाइए क्यों कहा महाराज ने, ये हले अपना कल नूं प्रारंभ होवेगा। सतगुरु महाराज बख्शिश करनगे। इउं है कि गुरु नानक के घर दे च ज्ञान की कोई कमी नहीं है, पर यह है भी ज्ञान नूं देण वाले जिहड़े ने जां अग्गों सुणन वाले ने, सुणाउण वाले साखियां बहुतियां सुणाउंदे संगत नूं, ते संगत भी साखियां सुन के कहनी वाह आनंद आ गया, बस साखियां सुन के खुश रहे। ਜਾਂ ਗਿਆਨ ਦੀ ਗੱਲ ਕਰੋ ਤੇ ਗਿਆਨ ਦੀ ਸੁਣੋ ਤੇ ਗਿਆਨੀ ਤੁਸੀਂ ਵੀ ਬਣੋ, ਗਿਆਨਵਾਨ ਬਣ ਕੇ ਅੱਗੇ ਸਿੱਖੀ ਦਾ ਪ੍ਰਚਾਰ ਕਰੋ। ਗੁਰਸਿੱਖ ਮਿਲ ਕੇ ਸਾਰੇ ਆਪਣੇ ਬੱਚਿਆਂ ਨੂੰ ਪ੍ਰਚਾਰ ਕਰੋ, ਰਿਸ਼ਤੇਦਾਰਾਂ ਨੂੰ ਪ੍ਰਚਾਰ ਕਰੋ। ਭਾਈ ਸਾਰੇ ਇਹ ਗੱਲ ਸੁਣ ਲਓ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, सो मैं विसर न जाई। वाहे गुरु वाहे गुरु वाहे गुरु वाहे गुरु। ਹੁਣ ਗੁਰਸਿੱਖ ਬੇਨਤੀ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ, ਕਿਰਪਾ ਕਰਕੇ ਦੱਸੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਥਾਪਿਆ ਨਾ ਜਾਏ। ਉਹ ਥਾਪਿਆ ਨਹੀਂ ਜਾਂਦਾ, ਜਿਵੇਂ ਕਹਿੰਦੇ ਫਲਾਣੇ ਥਾਂ ਤੇ ਮੂਰਤੀ ਦੀ ਸਥਾਪਨਾ ਕੀਤੀ ਆ, ਉਹ ਇਉਂ ਲੋਕ ਕਹਿੰਦੇ ਨੇ ਵੀ ਇਹ ਮੂਰਤੀ ਦੀ ਸਥਾਪਨਾ ਕੀਤੀ ਆ, ਬਈ ਉਹ 4 ਬਾਹਾਂ ਵਾਲਾ ਹੈ। कई इउं ਮੰਨਦੇ ਨੇ, विष्णु ਮੰਨਦੇ ਨੇ, कई ਕਹਿੰਦੇ ਨੇ 4 ਮੂੰਹਾਂ वाला है, ब्रह्मा रूप करके ਮੰਨਦੇ ਨੇ, कोई ਮੰਨਦਾ 3 ਅੱਖਾਂ वाला है। सो इस प्रकार ਉਹਦੀ ਮੂਰਤੀ ਨੂੰ ਮੰਨ ਕੇ ਫਿਰ ਉਹਦਾ ਧਿਆਨ ਕਰਕੇ ਫਿਰ ਉਹ ਜਾਪ ਉਹਦਾ ਕਰਨਾ। ਮਹਾਰਾਜ ਕਹਿੰਦੇ ਉਹ ਐਸਾ ਨਹੀਂ ਹੈ, ਉਹਦੀ ਸਥਾਪਨਾ ਨਹੀਂ ਕੀਤੀ ਜਾਂਦੀ, ਮਨ ਦੇ ਅੰਦਰ ਥਾਪਿਆ ਨਹੀਂ ਜਾਂਦਾ। ਉਹ ਇੱਕ ਬਾਹਰ ਥਾਪਨਾ ਹੁੰਦੀ, ਫਿਰ ਇੱਕ ਅੰਦਰ ਥਾਪਨਾ ਹੁੰਦੀ। ਮੂਰਤੀ ਦਾ ਵਸਾਉਣਾ ਹਿਰਦੇ 'ਚ ਥਾਪਿਆ ਨਾ ਜਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਿਆਨ ਮੈਂ ਨਾ ਆਵੈ, ਤਾਂ ਕੋ ਧਿਆਨ ਕੀਜੈ ਧਿਆਈਐ। बड़ा डूंगी पंक्ति है आदि श्री दसम ग्रंथ दी ना। सो महाराज सच्चे पातशाह लगभग 312 कंग ते पंक्ति आउंदी दसम ग्रंथ विच। ध्यान मैं ना आवे, चलो ये तो एक बचन करता आपने भी वो ध्यान विच नहीं आउंदा। कहंदे ताको ध्यान कीजै ध्याईऐ। महाराज साडी समझ तो परे हो गया काम। नाले तुसी लिखता ध्यान च नहीं आउंदा, नाले कहने ओहदा ध्यान करो ते ध्याओ। ध्यान धरो ते को मन में जिह को अमित तोज सभा जग छायो। वो जिहड़ा सम है सारियां किते हर एक थां दे उत्ते, सम दा अर्थ है व्यापक है, रमिया होया है। 2 तरह का ध्यान किया जाता है, एक तां किसी स्वरूप का ध्यान, मूर्ति का ध्यान, फलाने दरखत का ध्यान, फलाने बंदे का ध्यान, फलाने पहाड़ का ध्यान, आकार का ध्यान है। एक ध्यान हुंदा निराकार का, निराकार का ध्यान करना। हुण निराकार का ध्यान करना है, सर्व व्यापक है वाहिगुरु, परिपूर्ण है वाहिगुरु, प्रकाश रूप है वाहिगुरु। ਇਹਦਾ ਇਸ ਤਰੀਕੇ ਨਾਲ ਧਿਆਨ ਕਰਨਾ। ਉਹਨੂੰ ਕੋਈ ਮੂਰਤੀ ਜਾਣ ਕੇ ਜਾਂ ਇੱਕ ਦੇਸ਼ੀ ਜਾਣ ਕੇ ਧਿਆਨ ਨਹੀਂ ਕਰਨਾ ਕਿ ਉਹ ਇੱਕੋ ਥਾਂ ਤੇ ਬੈਠਾ। ਲੋਕ ਉਹਦਾ ਇੱਕ ਥਾਂ ਜਾਣ ਕੇ ਧਿਆਨ ਕਰਦੇ ਨੇ, ਕਿਸੇ ਮੂਰਤੀ ਵਿੱਚ ਧਿਆਨ ਕਰਦੇ ਨੇ। ਉਹ ਵਾਹਿਗੁਰੂ ਇਹਨਾਂ ਧਿਆਨਾਂ ਤੋਂ ਪਰੇ ਹੈ। ਉਹਦਾ ਧਿਆਨ ਕਰਨਾ ਸਰਬ ਵਿਆਪਕ, ਇਉਂ ਧਿਆਨ ਕਰਨਾ ਕਿ ਮੇਰੇ ਅੰਦਰ ਹੈ ਉਹਦੀ ਜੋਤ, मेरे हिरदे विच है वाहिगुरु, मेरे बाहर है वाहिगुरु, सर्व व्यापक है वाहिगुरु,
पातालां पाताल लख आगासां आगास विच है वाहिगुरु, प्रकाश रूप है वाहिगुरु। इउं ध्यान धर के उस अकाल पुरख का नाम जपो। ध्यान इउं लियाउणा मन विच, ध्यान उहदा प्रकाश रूप करके जाणो। मरदाने नूं समझाउंदे गुरु नानक देव मरदाना भाई, एक बिजली बदलों की चमकदी है, अखां चुंधिया जांदियां अपनियां। पुछया सी मरदाने ने स्वरूप कैसा है? महाराज कह लगे इउं जान लै भी जिवें करोड़ां बिजलियां बदलों दीयां इकट्ठियां चमक जाण, इन्ना प्रकाश है उहदा। पर यह प्रकाश अखां चुंधिया जांदियां इहनूं देख के। यह प्रकाश नुकसानदायक है जे करोड़ां बिजलियां दा हो जाए, करोड़ां सूरज इकट्ठे चढ़ जाण मरदाने, इन्ना प्रकाश है वाहिगुरू दा। एक सूरज नूं आपां देख नहीं सकते ते करोड़ां सूरज नूं किद्दां देख लांगे? साड़ के सुआह कर देगा। पर मरदाना भाई बिल्कुल इस तो उल्ट है। वह करोड़ां सूरजां दे प्रकाश, इन्ना प्रकाश होने के बावजूद भी वह इन्ना शांत है ते इन्ना ठंडा है कि जिन्हों एक बार दर्शन हो गए तप कड़ाहा बुझ गया गुर शीतल नाम दी। ਉਹਦੇ अंदर इन्नी ठंड पा दिंदा, वह इन्ना प्रकाश होने के बावजूद भी वह ठंडा है। इउं ध्यान करना ਉਹਦਾ, क्योंकि जे आप एक अंगी दृष्टांत लैने कि किसी बंदे नूं कहिए करोड़ां सूरजां वर्गा है प्रकाश, हुण आम बंदा ये गल ਉਹਦੇ चों लै लेगा, अच्छा फिर तो अग ला देगा, साड़ देगा सानू। पर नाल ਉਹਨੂੰ ਇਹ ਦੱਸਣਾ ਪੈਂਦਾ कि प्रकाश तो करोड़ां सूरजां जिन्ना है, पर ठंड ਉਹਦੇ ਚ ਇੰਨੀ है जिन्ने कि करोड़ां हिमालय पर्वत इकट्ठियां ते बर्फ पै जावे। कमाल दी गल, ठंडा सूरज है। दो गल्लां किवें हो गईयां? यही तो गल है कि वाहिगुरू दा प्रकाश जिहड़ा है वो मन नूं शांति, टिकाओ, एकाग्रता बख्शिश करदा है। ਉਹਦਾ प्रकाश बहुत ही शांतमई है, क्योंकि जिहड़ा सूरज का प्रकाश है, अग का प्रकाश है, बिजली का प्रकाश है, बदलों वाली बिजली का, ये माया है, इस करके गर्म है। ये सूरज भी माया है, ये चंद्रमा भी माया है, ये तारे भी माया है। इन्हां ने अगे प्रकाश लिया होया उहदे तो, पर जिहड़ा वाहिगुरू है वो खुद जदों प्रकाश रूप हो के सामने आउंदा तां वो इन्नी ठंड पा दिंदा है। शांत पाई गुर सतगुर पूरे, सुख उपजे बाजे अनहद तूरे। वो इन्नी ठंड पा दिंदा, तुहानूं संकल्प नहीं उठना इत्थे बैठिਆਂ ਨੂੰ। जे किते ठंड पै जाए ना, तुसीं कहना कित्थे जाना है? घर दे तुहानूं लैण आउणगे शाम नूं, बई अज तूं घर ही नहीं आया। किहड़ा घर? मैं नहीं जाना। क्यों? भाई मैनूं तां अकाल पुरख ने ऐसी शांति दिती है, मेरा कोई संकल्प ही नहीं उठता। वो समाधि लीन हो जाता है, गया वो घर के काम तो। जिन्होंने एक बार झलकारा दे जाण अपना, वो फिर गया घर के काम तो। वो ऐसा प्रकाश देख लैंदा है, उस स्वरूप का ध्यान करना है। सो महाराज कहते हैं वो जिहड़ा अकाल पुरख वाहिगुरू है, बहुत सारे लोग उन्होंने थापिया ना जाए फिर कीता ना होए। हाँ ऐसा भी करते हैं उस अकाल पुरख बारे, कीता ना होए। जिवें गणेश की मूर्ति का ध्यान करते, उन्होंने बंदे के रूप में फिर वढ़ के फिर हाथी का रूप लाता, उन्होंने फिर इउं ध्यान करना। फिर बृंदा राक्षणी का जत तोड़िया जाके विष्णु ने जलंधर दैन का रूप धारण करके, साखियां तो खैर लंबियां होंदियां ने, उन्हें श्राप दिता जा पत्थर बन। बृंदा राक्षणी ने, विष्णु ने उन्होंने श्राप दिता जा तुलसी बन। पत्थर बनांगा तां भी तुलसी जिहड़ी है वो फिर भी लोग भेटा लिया के मेरे उपर ही चढ़ाउणगे। हुण गंडका नदी है एक, गंडका नदी दे विच पत्थर जिन्ने भी मिलते हैं छोटे छोटे, उन्हां च चिट्टे रंग की लकीर हुंदी है।
ਸੋ ਇਸ ਪ੍ਰਕਾਰ ਉਹਨੂੰ ਇਹਨਾਂ ਨੇ ਕਲਪਿਤ ਕਰ ਲਿਆ ਕਿ ਇਹ ਵਿਸ਼ਨੂੰ ਜੀ ਹੈ। ਇਹ ਕਲਪਿਤ ਕਰ ਲਿਆ ਮਨ ਦੇ ਅੰਦਰ, ਕਿਉਂਕਿ ਸਿੱਧਾਂ ਨਾਲ ਚਰਚਾ ਹੈ, ਉਹਨਾਂ ਦੇ ਢੰਗ ਨਾਲ ਹੀ ਉਹਨਾਂ ਨੂੰ ਸਮਝਾਇਆ ਜਾਣਾ। ਤੇ ਹੁਣ ਗੁਰਸਿੱਖ ਵੀ ਪ੍ਰਸ਼ਨ ਕਰਦੇ ਨੇ ਆਪਣਾ, ਸਤਿਗੁਰੂ ਮਹਾਰਾਜ ਗੁਰਸਿੱਖਾਂ ਨੂੰ ਵੀ ਸਮਝਾਉਂਦੇ ਨੇ ਵੀ ਇਸ ਤਰ੍ਹਾਂ ਦਾ ਧਿਆਨ ਨਹੀਂ ਹੈ। ਸਮਾਂ ਕਿਹੜਾ, ਜਦੋਂ ਚਰਚਾ ਹੋ ਰਹੀ ਹੈ ਗੁਰਸਿੱਖਾਂ ਨਾਲ ਵੀ, ਸਮਾਂ ਗੁਰੂ ਨਾਨਕ ਦੇਵ ਜੀ ਵਾਲਾ ਹੈ, ਯਾਦ ਰੱਖਣਾ ਇਹ। ਉਹ ਗੁਰੂ ਨਾਨਕ ਦੇਵ ਜੀ ਵੇਲੇ ਹੋਰ ਕੋਈ ਪ੍ਰਮਾਣ ਦੇ ਨਹੀਂ ਨਾ ਸਕਦੇ। ਜਿਵੇਂ ਕੋਈ ਢਾਡੀ ਆ ਪ੍ਰਮਾਣ ਮੈਂ ਸੁਣਾਉਣਾ, ਉਹ ਕਈ ਅਣਜਾਣ ਜਿਹੇ ਹੁੰਦੇ, ਨਵੇਂ ਨਵੇਂ ਬਣੇ ਪਿੰਡ ਵਿੱਚ ਅਕਾਰੇ ਨੇ। ਹੁਣ ਅਸੀਂ ਤਾਂ ਉਹ ਗੱਲ ਫੜ ਲਈ, ਆਮ ਲੋਕ ਨਹੀਂ ਫੜਦੇ। ਗੱਲ ਹਾਸੇ ਦੀ ਵੀ ਹੋ ਗਈ। ਕਹਿਣ ਲੱਗਿਆ ਵੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਜੀ ਨੂੰ ਕਹਿੰਦੇ ਵੀ ਜਿਵੇਂ 10ਵੇਂ ਪਾਤਸ਼ਾਹ ਨੇ ਆਪਣੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਵਾਤੇ, ਅਸੀਂ ਵੀ ਸ੍ਰੀ ਚੰਦ ਲక్ష్ਮੀ ਚੰਦਨ ਜੀ ਨੂੰ ਇਸੇ ਪ੍ਰਕਾਰ ਹੀ ਧਰਮ ਦੇ ਕਾਰਜਾਂ ਵਿੱਚ ਹੀ ਲਾ ਦਿਆਂਗੇ। ਉਹਦੇ ਲੋਕ ਜਕਾਰਾ ਛੱਡ ਦਿੰਦੇ। ਪ੍ਰਮਾਣ ਦੇਖੋ ਤੁਸੀਂ, ਪ੍ਰਮਾਣ ਕੀ ਦਿੰਦਾ? ਕਹਿੰਦਾ ਜਿਵੇਂ 10ਵੇਂ ਪਾਤਸ਼ਾਹ ਨੇ। ਕੌਣ ਕਹਿੰਦਾ? ਗੁਰੂ ਨਾਨਕ ਦੇਵ ਜੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਹਲੇ ਸਿੱਖ ਧਰਮ ਪ੍ਰਚਲਿਤ ਨਹੀਂ ਸੀ ਪੂਰੀ ਤਰ੍ਹਾਂ ਹੋਇਆ। ਉਦੋਂ ਇਹੋ ਜਿਹੇ ਪ੍ਰਮਾਣ ਦੇਣੇ ਪੈਂਦੇ ਸੀ ਮਹਾਰਾਜ ਨੂੰ। ਮਹਾਰਾਜ ਕਹਿੰਦੇ ਫਿਰ ਉਹ ਜਿਹੜਾ ਧਿਆਨ ਧਰਨਾ ਨਾ ਮਨ ਦੇ ਅੰਦਰ, ਫਿਰ ਗੰਡਕਾ ਨਦੀ ਦਾ ਪੱਥਰ ਹੈ, ਉਹਦੇ ਧਾਰੀ ਹੈ, ਉਹਦਾ ਫਿਰ ਵਿਸ਼ਨੂੰ ਰੂਪ ਧਿਆਨ ਕਰਨਾ ਹੈ। ਇਹਨੂੰ ਪ੍ਰਤੀਕ ਉਪਾਸ਼ਨਾ ਕਹਿੰਦੇ ਨੇ। ਇਉਂ ਕਰਨ ਨੂੰ ਮਹਾਰਾਜ ਕਹਿੰਦੇ ਨੇ ਉਹ ਕੀਤਾ ਨਾ ਹੋਏ, ਉਹ ਇਸ ਪ੍ਰਕਾਰ ਵੀ ਨਹੀਂ ਹੋ ਸਕਦਾ ਕਿ ਉਹਦੀ ਪ੍ਰਤੀਕ ਉਪਾਸ਼ਨਾ ਕੀਤੀ ਜਾ ਸਕੇ। ਤੀਜੇ ਪ੍ਰਕਾਰ ਦੀ ਉਪਾਸ਼ਨਾ ਅੰਗਰੇ ਉਪਾਸ਼ਨਾ ਹੈ। ਅਹੰ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ। ਇਹ ਉਪਾਸ਼ਨਾ ਕਰਦੇ ਨੇ ਕਈ ਲੋਕ। ਸੋ ਹੰ ਸੋ ਹੰ, ਸੋ ਉਹ ਜੋ ਪਰਮੇਸ਼ਰ ਹੈ, ਹੰ ਮੈਂ ਹਾਂ। ਇਸ ਤਰ੍ਹਾਂ ਦੀ ਉਪਾਸ਼ਨਾ ਨਾਲ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਇਹ ਉਪਾਸ਼ਨਾ ਨਵੇਂ ਜਗਿਆਸੂ ਲਈ ਗਲਤ ਹੈ। ਜਦ ਆਪਾਂ ਉਹ ਬ੍ਰਹਮ ਬਣੇ ਨਹੀਂ, ਜਦ ਪਹਿਲਾ ਹੀ ਸਾਲ ਚੱਲਦਾ MBBS ਵਿੱਚ, ਤਾਂ ਕੀ ਉਹਨੂੰ ਹੁਣ ਡਾਕਟਰ ਕਹੀਏ? ਨਹੀਂ, ਹਲੇ ਉਹ ਕੱਚਾ ਹੈ। ਦੂਜੇ ਸਾਲ ਵਿੱਚ ਵੀ ਹਲੇ ਨਹੀਂ, ਤੀਜਾ ਵੀ ਨਹੀਂ, ਚੌਥਾ ਵੀ ਨਹੀਂ। ਜਦ ਉਹਨੂੰ ਸਰਟੀਫਿਕੇਟ ਮਿਲ ਗਿਆ MBBS ਦਾ, ਤਾਂ ਉਹਨੂੰ ਕਹਿਣਵੇਂ ਡਾਕਟਰ ਹੈ। ਉਹ ਵੀ ਹਲੇ ਪੱਕਾ ਨਹੀਂਗਾ, ਪ੍ਰੈਕਟੀਕਲ ਨਹੀਂ ਉਹਦਾ ਹਲੇ 10 ਸਾਲ ਤੇਰੇ ਲੰਘਣਗੇ ਤਾਂ ਲੋਕ ਕਹਿਣਗੇ ਵੀ ਹਾਂ ਕਾਬਲ ਡਾਕਟਰ ਹੈ। ਇਸੇ ਪ੍ਰਕਾਰ ਹੀ ਅੰਗਰੇ ਉਪਾਸ਼ਨਾ ਨੂੰ ਕਈ ਲੋਕ ਪਹਿਲਾਂ ਹੀ ਪਕੜ ਲਏ। ਅੰਗਰੇ ਉਪਾਸ਼ਨਾ ਬਾਅਦ ਵਿੱਚ ਹੁੰਦੀ ਹੈ। ਅੰਗ੍ਰਹਿ ਉਪਾਸ਼ਨਾ ਜਿਹੜੀ ਹੁੰਦੀ ਹੈ, ਗੁਰੂ ਨਾਨਕ ਦੇਵ ਜੀ ਸਮੁੰਦਰ ਦੇ ਉੱਤੇ ਤੁਰੇ ਜਾਣ। ਪਹਿਲਾਂ ਤਾਂ ਸਮੁੰਦਰ ਤੇ ਕੋਈ ਤੁਰ ਹੀ ਨਹੀਂ ਸਕਦਾ, ਪਰ ਗੁਰੂ ਨਾਨਕ ਦੇਵ ਜੀ ਤੁਰ ਸਕਦੇ ਆ। ਇਹ ਕਿਵੇਂ ਹੋ ਸਕਦਾ? ਆਪਾਂ 5 ਤੱਤਾਂ ਦੇ ਬਣੇ ਹੋਏ ਆ, ਉਹ 5 ਤੱਤਾਂ ਤੋਂ ਬਾਹਰ ਨੇ। ਉਹ ਸੁੱਤੇ ਸਿੱਧੀ ਤੁਰ ਸਕਦੇ ਉਹਦੇ ਉੱਤੇ। ਸੋ ਗੁਰੂ ਨਾਨਕ ਦੇਵ ਜੀ ਜਾ ਰਹੇ ਨੇ, ਸੋ ਹੰ ਸੋ ਹੰ ਸੋ ਹੰ ਸੋ ਹੰ ਕਰਦੇ ਨੇ। ਮਰਦਾਨਿਆ ਭਾਈ ਪਿੱਛੇ ਵਾਹਿਗੁਰੂ ਵਾਹਿਗੁਰੂ ਕਰਦੇ ਆਇਓ। ਅੱਛਾ ਮਹਾਰਾਜ। ਭਾਈ ਬਾਲਾ ਮਰਦਾਨਾ ਪਿੱਛੇ ਵਾਹਿਗੁਰੂ ਵਾਹਿਗੁਰੂ ਗੁਰ ਮੰਤਰ ਜਪਣ ਨੂੰ ਹੁਕਮ ਹੋਇਆ। ਪਰ ਮਰਦਾਨੇ ਭਾਈ ਨੂੰ ਆਦਤ ਸੀ, ਦਿਮਾਗ ਉਹਦਾ ਫਿਰ ਐਸਾ ਬਣਾਇਆ ਹੋਇਆ ਸੀ ਪਾਤਸ਼ਾਹ ਨੇ, ਸੀਤਾ ਮਹਾਂਪੁਰਸ਼। ਫਿਰ ਅੱਗੇ ਵੱਧ ਕੇ ਕੰਨ ਕਰਕੇ ਸੁਣਦਾ। ਮਰਦਾਨਾ ਬਾਲੇ ਭਾਈ ਨੂੰ ਕਹਿੰਦਾ ਆਪ ਸੋਹੰਗ ਸੋਹੰਗ ਕਰਦੇ ਆ, ਆਪਾਂ ਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ। ਆਪ ਵੱਡਾ ਮੰਤਰ ਜਪਦੇ ਦੇਖਿਆ, ਆਪਾਂ ਵੀ ਸੋਹੰਗ ਸੋਹੰਗ ਕਰਦੇ ਆਂ। ਭਾਈ ਬਾਲਾ ਕਹਿੰਦਾ ਨਹੀਂ, ਵਾਹਿਗੁਰੂ ਵਾਹਿਗੁਰੂ ਦਾ ਹੁਕਮ ਹੈ, ਆਪਾਂ ਕਿਉਂ ਮਹਾਰਾਜ ਦੀ ਰੀਸ ਕਰਨੀ? ਕਹਿੰਦਾ ਨਹੀਂ। ਭਾਈ ਮਰਦਾਨਾ ਕਰੇ ਸੋਹੰਗ ਸੋਹੰਗ 2 ਵਾਰੀ ਕੀਤਾ, ਸਮੁੰਦਰ 'ਚ ਡੁੱਬ ਗਿਆ ਉਸੇ ਵਕਤ। ਅਰੇ ਹੁੱਬ, ਉਹ ਬਾਹਰ ਕੱਢੋ, ਮੇਰੇ ਮੂੰਹ 'ਚ ਪਾਣੀ ਪੈ ਗਿਆ, ਛਾਲਾਂ ਜੀਆਂ ਮਾਰੇ। ਮਹਾਰਾਜ ਭਾਈ ਬਾਲਾ ਕਹਿੰਦਾ ਮਹਾਰਾਜ ਇਹ ਡੁੱਬ ਗਿਆ। ਭਾਈ ਮਰਦਾਨਾ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਮਰਦਾਨਾ ਬਾਹਰ ਆ ਗਿਆ। ਕਿਉਂ ਮਰਦਾਨਿਆ? ਗੁਰੂ ਦੀ ਰੀਸ ਕਰਨ ਲੱਗ ਪਿਆ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਜਿਹੜੀ ਗੁਰੂ ਨੇ ਗੱਲ ਕਹੀ ਉਹ ਗੁਰ ਸਿੱਖੋ ਕਮਾਓ। ਤੁਸੀਂ ਗੁਰੂ ਦੀ ਰੀਸ ਕਿਉਂ ਕਰਨ ਲੱਗ ਜਾਂਦੇ ਹੋ? ਗੁਰੂ ਸਮਰੱਥ ਹੈ,
इस करके समर्थ की रीस ना करो। ਇੱਥੇ कई लोग देखे ने, कई संगत विच भी होर गुरुद्वारिਆਂ ਵਿੱਚ भी एक दो ने प्रश्न किए, कहने मैं फलाने कोई निर्मले संत ने पता नहीं किहड़े ने, उन्होंने कोल गया, मैनू उन्होंने ना जाप दिता। मैं किहड़ा? कहना सोहंग सोहंग। मैं कहा वो मरदाना डुब गया, तू भी डुबेगा फिर। ਉਹ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਵਾਹਿਗੁਰੂ ਵਾਹਿਗੁਰੂ ਜਪਣ ਲਈ ਕਿਹਾ। ਹਾਈ ਕਲਾਸ ਦੀ ਡੋਜ਼ ਪਹਿਲੇ ਹੀ ਬਾਈ, ਇੱਕ ਬੱਚਾ ਹੁਣ ਮਹੀਨੇ ਦਾ ਹਲੇ ਜੰਮਿਆ, ਹੁਣ ਜੰਮਿਆ, ਉਹਨੂੰ ਬਹੁਤ ਲਾਈਟ ਡੋਜ਼ ਦੇਣੀ ਪੈਂਦੀ ਆ ਉਹਨੂੰ। ਤੇ ਜਦੋਂ ਹਾਈ ਕਲਾਸ ਉਹਨੂੰ ਡੀਐਸ ਦੇ ਦਈਏ ਸੈਪਟਰਨ, ਫਿਰ ਤਾਂ ਉਹ ਮਰਿਆ ਹੀ, ਲਓ ਹੁਣੇ ਮਰੂਗਾ ਉਹ। ਇੱਕ ਗੋਲੀ ਸੈਪਟਰਨ ਡੀਐਸ ਦੇ ਦਈਏ ਉਹਨੂੰ, ਫਿਰ ਤਾਂ ਮਰ ਗਿਆ ਉਹ। ਉਹਨੂੰ ਤਾਂ ਇਹਦੀ ਲੋੜ ਹੀ ਨਹੀਂ, ਉਹ ਤਾਂ ਬਹੁਤ ਲੋ ਜੀ ਚਾਹੀਦੀ ਦਵਾਈ ਉਹਨੂੰ, ਹਾਈ ਪੋਟੈਂਸੀ ਨਹੀਂ ਚਾਹੀਦੀ ਉਹਨੂੰ। ਇਹ ਸੋਹੰਗ ਹਾਈ ਪੋਟੈਂਸੀ, ਬਹੁਤ ਜ਼ਿਆਦਾ ਹਾਈ ਪੋਟੈਂਸੀ। ਇਹ ਤਾਂ ਉਹੀ ਜਿਵੇਂ ਕਿਹਾ ਨਾ, ਓਂਕਾਰ ਦਾ ਜਾਪ ਕਰਨਾ ਹਾਈ ਪੋਟੈਂਸੀ ਬਹੁਤ ਜ਼ਿਆਦਾ, ਉਹਦਾ ਜਾਪ ਸਿੱਧਾ ਨਹੀਂ ਕਰਨਾ। ਧੰਨ ਗੁਰੂ ਨਾਨਕ ਦੇਵ ਜੀ ਨੇ ਸੋਚ ਸਮਝ ਕੇ ਵਿਚਾਰ ਕੇ ਹਜਮ ਹੋਣ ਵਾਲੀ ਦਵਾਈ ਦਿੱਤੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ 'ਚ ਭਲਾ ਆਪਣਾ ਮੂਲ ਮੰਤਰ ਨਾਲ, ਇੱਕ ਓਂਕਾਰ ਦੇ ਨਾਲ ਇੰਨਾ ਕੁਛ ਤਾਈਓਂ ਲਾਇਆ। ਇੱਕ ਓਂਕਾਰ ਨਾਲ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇਸੇ ਕਰਕੇ ਲਾਇਆ ਵੀ ਬਹੁਤ ਹਾਈ ਕਲਾਸ ਡੋਜ਼ ਨਹੀਂ ਦੇਣੀ ਇਹਨਾਂ ਨੂੰ। ਬਹੁਤ ਜਿਸ ਪ੍ਰਕਾਰ ਢੰਗ ਤਰੀਕੇ ਨਾਲ ਤਰੱਕੀਆਂ ਵੀ ਹੋ ਸਕਣ ਆਪਣੀਆਂ, ਇਸ ਕਰਕੇ ਅੰਗ੍ਰਹਿ ਉਪਾਸ਼ਨਾ ਜਿਹੜੀ ਕਰਦੇ ਨੇ ਲੋਕ, ਉਹ ਅੰਗ੍ਰਹਿ ਉਪਾਸ਼ਨਾ ਗੁਰਸਿੱਖ ਤੂੰ ਨਹੀਂ ਕਰਨੀ। ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਕਿਹਾ ਵੀ ਤੂੰ ਤਾਂ ਸਿਰਫ ਇੰਨਾ ਹੀ ਕੰਮ ਕਰਿਆ ਕਰ, ਵਾਹਿਗੁਰੂ 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 ਵਾਹਿਗੁਰੂ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਉਪਦੇਸ਼ ਕੀਤਾ ਹੈ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਵਾਹਿਗੁਰੂ ਦੀ ਸਥਾਪਨਾ ਤਾਂ ਹੋ ਨਹੀਂ ਸਕਦੀ ਹੁਣ ਕਿਸੇ ਮੂਰਤੀ ਦੁਆਰਾ, ਨਾ ਮਨ ਦੇ ਅੰਦਰ, ਨਾ ਕੀਤਾ ਹੋਏ। ਪ੍ਰਤੀਕ ਉਪਾਸ਼ਨਾ ਵੀ ਕੱਲ ਆਪਾਂ ਕਹੀ, ਨਾ ਹੀ ਆਪਣੇ ਕਿਸੇ ਸਾਧਨ ਦੇ ਦੁਆਰਾ ਉਸ ਵਾਹਿਗੁਰੂ ਨੂੰ ਪ੍ਰਗਟ ਕੀਤਾ ਜਾ ਸਕਦਾ, ਅਤੇ ਨਾ ਹੀ ਕਿਸੇ ਯਤਨ ਦੁਆਰਾ ਉਹਨੂੰ ਅਨੁਭਵ ਕੀਤਾ ਜਾ ਸਕਦਾ। ਇਹਨੂੰ ਕਹਿੰਦੇ ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ, ਇਹ ਸਾਰਾ ਪਦ ਛੇਦ ਹੈ, ਇੱਕ ਇੱਕ ਅੱਖਰ ਦਾ ਭਾਵ ਹੈ। ਆਪੇ ਆਪੇ ਜੀਵ ਰੂਪ ਹੈ ਵਾਹਿਗੁਰੂ, ਆਪ ਹੀ ਈਸ਼ਰ ਰੂਪ ਹੈ ਵਾਹਿਗੁਰੂ। ਨਿਰੰਜਨ ਆਪ ਹੀ ਸ਼ੁੱਧ ਰੂਪ ਹੈ ਵਾਹਿਗੁਰੂ। ਸੋਏ ਉਹ ਜੋ ਤਤ ਪਦ ਦਾ ਲਖ ਅਰਥ ਹੈ। ਹੁਣ ਇਹ ਲਖ ਅਰਥ ਜਿਹੜਾ ਹੈ ਤੇ ਇੱਕ ਵਾਚ ਅਰਥ ਹੈ। ਵਾਚ ਅਰਥ ਤੇ ਲਖ ਅਰਥ ਦੋ ਹੁੰਦੇ ਨੇ। ਵਾਚ ਵਿੱਚ ਤਾਂ ਆਪਾਂ ਨੇ ਇੰਨਾ ਜਾਣਿਆ ਕਿ ਆਪੇ ਆਪ ਨਿਰੰਜਨ ਸੋਏ ਦਾ ਵਾਚ ਅਰਥ ਹੈ ਕਿ ਆਪੇ ਜੀਵ ਰੂਪ ਹੈ, ਆਪੇ ਈਸ਼ਰ ਰੂਪ ਹੈ, ਆਪੇ ਨਿਰੰਜਨ ਰੂਪ ਹੈ। ਇੰਨੀ ਗੱਲ ਤਾਂ ਜਾਣ ਲਈ, ਪਰ ਮਹਾਰਾਜ ਇਹ ਗੱਲ ਨੂੰ ਤੁਸੀਂ ਸਾਨੂੰ ਲਖ ਅਰਥ ਦੁਆਰਾ ਦੱਸੋ। ਸਾਨੂੰ ਤਾਂ ਜੀਵ ਦਾ ਨਹੀਂ ਪਤਾ। ਐ ਤਾਂ ਆਪਾਂ ਰੋਜ਼ ਕਹਿੰਦੇ ਆ ਕਿ ਜੀਵ ਆਤਮਾ ਹੈ ਅਤੇ ਇੱਕ ਈਸ਼ਰ ਹੈ ਸਰਗੁਣ ਰੂਪ ਵਿੱਚ, ਇੱਕ ਨਿਰਗੁਣ ਰੂਪ ਵਿੱਚ ਸ਼ੁੱਧ ਬ੍ਰਹਮ ਹੈ। ਇਹ ਤਿੰਨ ਨੇ ਤੇ ਇਹਨਾਂ ਦਾ ਲਖ ਅਰਥ ਕੀ ਹੈ? ਲਖ ਅਰਥ ਹੁੰਦਾ ਲੱਖਣ ਦੇ ਕੇ ਦੱਸਣਾ, ਲੱਛਣ ਨਿਸ਼ਾਨੀਆਂ। ਉਹਨੂੰ ਦੱਸੋ ਕਿਸ ਪ੍ਰਕਾਰ, ਖੋਲ ਕੇ ਦੱਸੋ ਸਾਨੂੰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਥੋੜਾ ਜਿਹਾ ਵਿਦਾਂਤ ਹੈ ਇਹ, ਮਹਾਰਾਜ ਕਹਿੰਦੇ ਇੱਕ ਤਾਂ ਤਵੰਗ ਪਦ ਹੈ,
ਇੱਕ ਤਤ ਪਦ ਹੈ, ਇੱਕ ਅਸ ਪਦ ਹੈ। ਇਹ ਤਿੰਨ ਨੇ। ਤਵੰਗ ਪਦ ਜੀਵ ਨੂੰ ਕਹਿੰਦੇ ਨੇ, ਤਤ ਪਦ ਈਸ਼ਰ ਨੂੰ ਕਹਿੰਦੇ ਨੇ, ਤੇ ਅਸ ਪਦ ਸ਼ੁੱਧ ਬ੍ਰਹਮ ਨੂੰ ਕਹਿੰਦੇ ਨੇ। ਹੁਣ ਤਵੰਗ ਪਦ ਦਾ ਅਰਥ ਤਾਂ ਆਪਾਂ ਕਰਤਾ ਜੀਵ, ਇਹ ਤਾਂ ਹੋ ਗਿਆ ਉਹਦਾ ਵਾਚ ਅਰਥ। ਤਤ ਪਦ ਦਾ ਭਾਵ ਹੋ ਗਿਆ ਈਸ਼ਰ, ਅਸ ਪਦ ਦਾ ਭਾਵ ਹੋ ਗਿਆ ਬ੍ਰਹਮ ਸ਼ੁੱਧ। ਇਹ ਤਾਂ ਉਹਦੇ ਵਾਚ ਅਰਥ ਨੇ। ਹੁਣ ਕਿਰਪਾ ਕਰਕੇ ਲੱਛਣਾਂ ਦੁਆਰਾ ਅਰਥ ਕਰੋ, ਲਖ ਅਰਥ ਕਰੋ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਜਿਹੜਾ ਤਵੰਗ ਪਦ ਜੀਵ ਹੈ, ਇਹ ਜਿਹੜਾ ਜੀਵ ਹੈ ਇਹ ਖਟ ਵਿਕਾਰਾਂ ਦੇ ਸਮੇਤ ਹੈ। ਪਹਿਲਾ ਇੱਕ ਖਟ ਵਿਕਾਰ, ਖਟ ਦਾ ਅਰਥ ਹੁੰਦਾ 6। ਇਹ ਜੀਵ ਦੇ ਅੰਦਰ 6 ਵਿਕਾਰ ਨੇ। ਹੁਣ ਇਹਦਾ ਖੋਲ ਕੇ ਅਰਥ ਕਰਦੇ ਨੇ ਜੀਵ ਕਿਹਨੂੰ ਕਹਿੰਦੇ ਨੇ। 6 ਵਿਕਾਰ ਨੇ। ਇੱਕ ਤੇ ਇਹਦੀ ਦੇਹੀ ਹੈ। ਦੇਹੀ ਦਾ ਧਰਮ ਤਾਂ ਹੈ ਜੰਮਣਾ ਮਰਨਾ। ਫਿਰ ਇਹਦਾ ਜਿਹੜਾ ਹੈ ਪ੍ਰਾਣਾ ਦਾ ਧਰਮ ਹੈ ਭੁੱਖ ਅਤੇ ਪਿਆਸ। ਫਿਰ ਇਹਦੇ ਮਨ ਦਾ ਧਰਮ ਹੈ ਹਰਖ ਅਤੇ ਸੋਗ। ਇਹ 6 ਵਿਕਾਰ ਨੇ ਜੀਵ ਦੇ ਅੰਦਰ। ਇਸ ਕਰਕੇ ਇਹਨੂੰ ਜੀਵ ਕਹਿੰਦੇ ਨੇ। ਇੱਕ ਇਹਦੇ ਅੰਦਰ ਅਵਿਦਿਆ ਦੀ ਕਾਲਖ ਹੈ, ਮਾਇਆ ਦੀ ਇੱਕ ਸ਼ਕਤੀ ਹੈ, ਉਹਨੂੰ ਅਵਿਦਿਆ ਕਹਿੰਦੇ ਨੇ। ਉਹ ਅਵਿਦਿਆ ਦੀ ਕਾਲਖ ਹਰੇਕ ਜੀਵ ਨੂੰ ਲੱਗੀ ਹੋਈ, ਜਿਹਦੇ ਕਰਕੇ ਆ ਲੋਕ ਬੋਲਦੇ ਨੇ ਕਿ ਹੁਣ ਤਾਂ ਰੱਬ ਹੈ ਹੀ ਨਹੀਂ, ਜਾਂ ਰੱਬ ਹੈ ਹੀ ਨਹੀਂਗਾ, ਜਾਂ ਨੁਕਸ ਕੱਢਦੇ ਨੇ ਬਾਣੀ ਵਿੱਚ, ਕੋਈ ਅੰਮ੍ਰਿਤ ਵਿੱਚ, ਕੋਈ ਕਿਵੇਂ। ਇਹ ਸਾਰਾ ਕੁਝ ਅਵਿਦਿਆ ਦੀ ਕਾਲਖ ਕਰਕੇ ਹੀ ਕਰਦਾ ਹੈ। ਫਿਰ ਇਹਦੇ ਵਿੱਚ ਜਿਹੜੀ ਇੱਕ ਚੀਜ਼ ਹੋਰ ਹੈਗੀ, ਉਹ ਹੈਗੀ ਹੈ ਇਸ ਜੀਵ ਦੇ ਅੰਦਰ ਅਲਪਗਤਾ। ਅਵਿਦਿਆ ਦੀ ਕਾਲਖ ਅਤੇ ਅਲਪਗਤਾ ਸਮੇਤ। ਅਲਪਗ ਕਿਹਨੂੰ ਕਹਿੰਦੇ? ਅਲਪ ਗ ਦਾ ਭਾਵ ਹੁੰਦਾ ਗਿਆਤਾ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ। ਉਹਨੂੰ ਕਹਿੰਦੇ ਨੇ ਅਲਪ ਗਿਆਤਾ। ਬਹੁਤ ਘੱਟ ਗਿਆਨ ਹੈ ਜਿਸ ਜੀਵ ਨੂੰ ਤੁੱਛ ਜੀ ਬੁੱਧੀ ਵਾਲਾ ਮਾਇਆ ਦੀ ਵਿਦਿਆ ਕਾਲਖ ਸਮੇਤ 6 ਵਿਕਾਰਾਂ ਦੇ ਸਮੇਤ ਜਿਹੜਾ ਹੁੰਦਾ, ਉਹਨੂੰ ਕਹਿੰਦੇ ਨੇ ਜੀਵ। ਬ੍ਰਹਮ ਜਿਹੜਾ ਹੈ ਉਹ ਆਪੇ ਹੀ ਜੀਵ ਰੂਪ ਹੈ ਤੇ ਆਪ ਈਸ਼ਰ ਰੂਪ ਹੈ। 6 ਗੁਣਾਂ ਦੇ ਸੰਯੁਕਤ ਮਾਇਆ ਸਬਲ ਹੋ ਕੇ ਈਸ਼ਰ ਕਹਾਉਂਦਾ। 6 ਗੁਣ ਉਹਦੇ ਕਿਹੜੇ ਕਿਹੜੇ ਨੇ? ਇੱਕ ਤਾਂ ਜੀਵਾਂ ਦੀ ਉਤਪਤੀ ਕਰਦਾ ਹੈ। ਹੁਣ ਨਿਰਗੁਣ ਬ੍ਰਹਮ ਇਹ ਤੋਂ ਪਾਸੇ ਹੈ। ਇਹ ਹੁਣ ਸਰਗੁਣ ਵਿੱਚ ਆ ਗਏ ਆਪਾਂ। ਸਰਗੁਣ ਵਿੱਚ ਮਾਇਆ ਸੰਯੁਕਤ ਹੋ ਕੇ ਈਸ਼ਰ ਬਣਿਆ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਇਸ ਤਰ੍ਹਾਂ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਸਾਡੀ ਉਤਪਤੀ ਕਰਦਾ, ਪੈਦਾ ਕਰਦਾ, ਪਾਲਣਾ ਕਰਦਾ, ਲੈਤਾ ਕਹਿੰਦੇ ਨਾਸ ਕਰਦਾ। ਫਿਰ ਉਹ ਵਾਹਿਗੁਰੂ ਜਿਹੜਾ ਉਹਨੂੰ ਅੰਤਰਜਾਮਤਾ ਹੈ ਈਸ਼ਰ ਨੂੰ। ਇਹ ਹੁਣ ਵਾਹਿਗੁਰੂ ਜਿਹੜਾ ਅਕਾਲ ਪੁਰਖ ਨੇ ਈਸ਼ਰ ਰੂਪ ਧਾਰਨ ਕੀਤਾ, ਮਾਇਆ ਸੰਯੁਕਤ ਅੰਤਰਜਾਮਤਾ ਹੈ। ਕਰਮਾਂ ਅਨੁਸਾਰ ਫਲ ਦੇਣਾ ਅਤੇ ਜੂਨੀਆਂ ਦੀ ਤਬਦੀਲੀ ਕਰਨੀ, ਕਿਹੜੀ ਜੂਨ ਵਿੱਚੋਂ ਕੱਢ ਕੇ ਕਿਹੜੀ 'ਚ ਪਾਉਣਾ, ਇਹ ਕੰਮ ਈਸ਼ਰ ਕਰਦਾ ਹੈ। ਤਾਂ ਉਹ ਬ੍ਰਹਮ ਹੀ, ਪਰ ਬ੍ਰਹਮ ਮਾਇਆ ਸਬਲ ਹੋ ਕੇ ਕਰਮ ਕਰਦਾ ਆਪਣਾ। ਮਾਇਆ ਸਬਲੋ ਕਿਵੇਂ ਹੈ? ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਬਚਨ ਕੀਤਾ ਹੈ ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਇਸੇ ਇੱਛਾ ਦਾ ਨਾਮ ਮਾਇਆ ਹੈ। ਮਾਇਆ ਦੇ 3 ਗੁਣ ਨੇ, ਰਜੋ ਤਮੋ ਸਤੋ। ਜਦੋਂ ਸਤੋ ਗੁਣ ਮਾਇਆ ਦਾ ਸ਼ੁੱਧ 100% ਸ਼ੁੱਧ ਸਤੋ ਗੁਣ ਤੇ ਮਾਇਆ, ਤੀਜੀ ਬ੍ਰਹਮ ਦੀ ਜੋਤ, ਇਹ 3 ਚੀਜ਼ਾਂ ਜਦੋਂ ਆਪਸ ਵਿੱਚ ਰਲਦੀਆਂ ਨਾ ਤੇ ਇਹ ਈਸ਼ਰ ਬਣਦਾ। ਇਹਦਾ ਜਿਹੜਾ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਇਹਨੂੰ ਕਹਿੰਦੇ ਨੇ ਈਸ਼ਰ। ਪਹਿਲਾਂ ਹੋ ਗਿਆ ਅਰਥ ਆਪੇ, ਫਿਰ ਆਪ, ਫਿਰ ਨਿਰੰਜਨ। ਹੁਣ ਤੀਜਾ ਭਾਵ ਹੈ ਨਿਰੰਜਨ ਦਾ, ਸ਼ੁੱਧ ਬ੍ਰਹਮ ਜਿਹੜਾ ਹੈ। ਕਿਉਂਕਿ ਇਹ ਜਿਹੜਾ ਦੋਵਾਂ ਦੇ ਵਿੱਚ, ਜੀਵ ਦੇ ਵਿੱਚ ਤੇ ਈਸ਼ਰ ਦੇ ਵਿੱਚ ਤਾਂ ਬਹੁਤ ਫਰਕ ਪੈ ਗਿਆ।
ਉਹ ਤਾਂ 6 ਵਿਕਾਰਾਂ ਸਮੇਤ ਹੈ, ਅਲਪਗਤਾ ਸਮੇਤ ਹੈ, ਮਾਇਆ ਦੀ ਅਵਿਦਿਆ ਕਾਲਕ ਸਮੇਤ ਹੈ, ਇਹ 6 ਗੁਣਾ ਸਮੇਤ ਹੈ। ਇਹਦੇ 'ਚ ਈਸ਼ਰ ਵਿੱਚ 6 ਗੁਣ ਨੇ ਅਤੇ ਨਾਲ ਇਹਦੇ 'ਚ ਸ਼ਕਤੀ ਬਹੁਤ ਜ਼ਿਆਦਾ ਹੈ, ਜਿਹੜਾ ਸ੍ਰਿਸ਼ਟੀ ਰਚਦਾ। ਹੁਣ ਇਹ ਚੀਜ਼ਾਂ ਦੋ ਆਪਸ ਵਿੱਚ ਵੱਖਰੀਆਂ ਵੱਖਰੀਆਂ ਹੋ ਗਈਆਂ, ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭਾਈ ਜਿਹੜਾ ਜੀਵ ਹੈ, ਜੀਵ ਦੇ ਵਿੱਚ ਜਿਹੜੀ ਸੱਤਾ ਕੰਮ ਕਰਦੀ ਆ ਉਹ ਕਿਹਦੀ ਕੰਮ ਕਰਦੀ ਹੈ? ਉਹ ਹੈਗੀ ਸਤ ਚੇਤਨ ਆਨੰਦ ਰੂਪ ਬ੍ਰਹਮ ਸ਼ੁੱਧ। ਜਿਹੜੀ ਈਸ਼ਰ ਵਿੱਚ ਸੱਤਾ ਕੰਮ ਕਰਦੀ ਆ ਉਹ ਕਿਹੜੀ ਆ? ਉਹ ਵੀ ਸਤ ਚੇਤਨ ਆਨੰਦ ਸਰੂਪ ਹੈ। ਹੁਣ ਸ਼ੁੱਧ ਬ੍ਰਹਮ ਲੈ ਲਓ ਦੋਨਾਂ ਦਾ, ਇਹਨਾਂ ਦਾ ਵਾਚ ਅਰਥ ਤਿਆਗ ਕੇ ਲਖ ਅਰਥ ਦਾ ਤਿਆਗ ਕਰਕੇ ਇਹਨਾਂ